ਹੈਲੋ ਸਟੂਡੈਂਟਸ, ਹੁਣ ਤੁਹਾਡਾ ਚੈਪਟਰ ਨੰਬਰ 3 ਜਿਹੜਾ ਹੈ ਸੈਮੀਕੰਡਕਟਰ ਡਾਇਓਡਸ ਦਾ, ਉਹਨੂੰ ਕੰਟੀਨਿਊ ਕਰਦੇ ਹੋਏ ਆਪਾਂ ਫਰਦਰ ਟੌਪਿਕਸ ਲਵਾਂਗੇ ਜਿਹੜੇ ਅੱਗੇ ਦੇ ਟੌਪਿਕਸ ਹੈਗੇ ਆ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ, ਇਹ ਆਪਾਂ ਪਿੱਛੇ ਦਾ ਥੋੜਾ ਰਿਵਿਊ ਕਰਾਂਗੇ। ਕਿਹੜੇ ਕਿਹੜੇ ਮਟੀਰੀਅਲਸ ਤੁਸੀਂ ਪੜ੍ਹੇ, ਉਹਦੇ ਵਿੱਚ ਕਿਹੜੇ ਕਿਹੜੇ ਟੌਪਿਕਸ ਪੜ੍ਹੇ। ਜਿਹੜੇ ਮਟੀਰੀਅਲਸ ਤੁਸੀਂ ਪੜ੍ਹੇ ਉਹ ਪੜ੍ਹੇ ਇਨਸੂਲੇਟਰਸ, ਸੈਮੀਕੰਡਕਟਰਸ ਤੇ ਕੰਡਕਟਰਸ। ਜਿਹੜੀ ਇਹ ਕਲਾਸੀਫਿਕੇਸ਼ਨ ਕੀਤੀ ਹੈ ਨਾ ਆਪਾਂ, ਕੰਡਕਟਿਵਿਟੀ ਦੇ ਬੇਸ ਤੇ ਕਲਾਸੀਫਿਕੇਸ਼ਨ ਕੀਤੀ ਹੈ। ਇਨਸੂਲੇਟਰ ਦੀ ਕੰਡਕਟਿਵਿਟੀ ਬਿਲਕੁਲ 0 ਹੁੰਦੀ ਹੈ, ਸੈਮੀਕੰਡਕਟਰ ਦੀ ਇਹਨਾਂ ਦੋਨਾਂ ਦੇ ਦਰਮਿਆਨ ਹੁੰਦੀ ਹੈ, ਤੇ ਕੰਡਕਟਰ ਦੀ ਕੰਡਕਟਿਵਿਟੀ ਕਾਫੀ ਹਾਈ ਹੁੰਦੀ ਹੈ। ਜਿਹੜਾ ਸੈਮੀਕੰਡਕਟਰਸ ਹੈ ਨਾ, ਇਹ ਬਹੁਤ ਹੀ ਇੰਪੋਰਟੈਂਟ ਮਟੀਰੀਅਲ ਹੈਗਾ ਟੂ ਮੈਨੂਫੈਕਚਰ ਦਾ ਸੈਮੀਕੰਡਕਟਰ ਡਿਵਾਈਸਿਸ। ਸੈਮੀਕੰਡਕਟਰ ਡਿਵਾਈਸਿਸ ਵਿੱਚ ਸੈਮੀਕੰਡਕਟਰਸ ਨੂੰ ਯੂਜ਼ ਕਰਦੇ ਹੋਏ ਮੈਨੂਫੈਕਚਰਿੰਗ ਕੀਤੀ ਗਈ ਹੈ। ਤੇ ਸੈਮੀਕੰਡਕਟਰਸ ਜਿਹੜੇ ਆਪਾਂ ਯੂਜ਼ ਕਰਦੇ ਉਹ ਹੈਗਾ ਸਿਲੀਕॉन ਤੇ ਜਰਮੇਨੀਅਮ। ਇਹਨਾਂ ਦੋਨਾਂ ਦੇ ਵਿੱਚੋਂ ਮੈਕਸਿਮਮ ਆਪਾਂ ਯੂਜ਼ ਕਰਦੇ ਹਾਂ ਸਿਲੀਕॉन। ਸੈਮੀਕੰਡਕਟਰਸ ਨੂੰ ਆਪਾਂ ਕੰਡਕਟਰਸ ਬਣਾ ਸਕਦੇ ਹਾਂ, ਲੇਕਿਨ ਸੈਮੀਕੰਡਕਟਰਸ ਨੂੰ ਕੰਡਕਟਰਸ ਬਣਾਉਣ ਲਈ ਆਪਾਂ ਨੂੰ ਡੋਪਿੰਗ ਕਰਨੀ ਪਏਗੀ। ਤਾਂ ਆਪਾਂ ਪਹਿਲਾਂ ਦੇਖੀਏ ਕਿ ਸੈਮੀਕੰਡਕਟਰਸ ਕਿੰਨੇ ਟਾਈਪ ਦੇ ਹੁੰਦੇ ਆ। ਸੈਮੀਕੰਡਕਟਰਸ ਦੋ ਟਾਈਪ ਦੇ ਹੁੰਦੇ ਆ, ਇੱਕ ਇੰਟ੍ਰਿੰਸਿਕ ਸੈਮੀਕੰਡਕਟਰ ਹੁੰਦਾ, ਇੱਕ ਐਕਸਟ੍ਰਿੰਸਿਕ ਸੈਮੀਕੰਡਕਟਰ ਹੁੰਦਾ। ਜਦ ਮਾਰਕੀਟ ਤੋਂ ਜਾ ਕਰਕੇ ਤੁਸੀਂ ਸਿਲੀਕॉन ਦਾ ਕ੍ਰਿਸਟਲ ਲੈ ਕਰਕੇ ਆਉਂਦੇ ਹੋ, ਉਹ ਕੰਡਕਟਰ ਜਿਹੜਾ ਹੈ ਉਹ ਕੰਡਕਟ ਬਿਲਕੁਲ ਨਹੀਂ ਕਰ ਸਕਦਾ, ਕਿਉਂਕਿ ਉਹ ਐਜ਼ ਏ ਇਨਸੂਲੇਟਰ ਕੰਮ ਕਰਦਾ। ਉਹਦੇ ਅੰਦਰ ਕੀ ਹੁੰਦਾ ਨਾ, ਸਿਲੀਕॉन ਦੇ ਜਿਹੜੇ 4 ਇਲੈਕਟ੍ਰੋਨਸ ਹੁੰਦੇ ਆਊਟਰਮੋਸਟ ਸ਼ੈਲ ਦੇ ਵਿੱਚ, ਉਹ 4 ਹੋਰ ਸਿਲੀਕॉन ਦੇ ਇਲੈਕਟ੍ਰੋਨਸ ਦੇ ਨਾਲ ਕੋਵਲੈਂਟ ਬੌਂਡਿੰਗ ਕਰ ਲੈਂਦੇ ਆ। ਆ 4 ਇਲੈਕਟ੍ਰੋਨ ਜਿਹੜੇ ਆ, 4 ਇਲੈਕਟ੍ਰੋਨ ਸਿਲੀਕॉन ਦੇ ਐਟਮਸ ਦੇ ਨਾਲ ਬੌਂਡ ਹੋ ਜਾਂਦੇ ਆ। ਇਸ ਲਈ ਕੋਈ ਵੀ ਫ੍ਰੀ ਇਲੈਕਟ੍ਰੋਨਸ ਨਹੀਂ ਅਵੇਲੇਬਲ ਹੁੰਦਾ ਟੂ ਕੰਡਕਟ ਦਾ ਕਰੰਟ। ਇਸ ਲਈ ਇਸ ਇੰਟ੍ਰਿੰਸਿਕ ਸੈਮੀਕੰਡਕਟਰ ਨੂੰ ਆਪਾਂ ਇੱਕ ਬੇਸਿਕਲੀ ਇਨਸੂਲੇਟਰ ਹੀ ਸਮਝ ਸਕਦੇ ਹਾਂ, ਕਿਉਂਕਿ ਕੋਈ ਵੀ ਇਲੈਕਟ੍ਰੋਨ ਨਹੀਂ ਅਵੇਲੇਬਲ ਹੈਗਾ ਟੂ ਕੰਡਕਟ ਦਾ ਕਰੰਟ। ਔਰ ਇਹਨੂੰ ਆਪਾਂ ਅਨਡੋਪਡ ਮਟੀਰੀਅਲ ਕਹਿੰਦੇ ਹਾਂ, ਕਿ ਇਹਦੇ ਅੰਦਰ ਕੋਈ ਵੀ ਹਜੇ ਡੋਪਿੰਗ ਨਹੀਂ ਹੈ। ਔਰ ਇਹਨੂੰ ਆਪਾਂ ਪਿਓਰ ਸੈਮੀਕੰਡਕਟਰ ਕਹਿੰਦੇ ਹਾਂ, ਬਿਕੋਜ਼ ਇਟ ਡਜ਼ ਨੋਟ ਹੈਵ ਐਨੀ ਅਦਰ ਮਟੀਰੀਅਲ। So this was all in all of intrinsic semiconductor. Next semiconductor we are having is extrinsic semiconductor. ਜਿਹੜੇ ਇੰਟ੍ਰਿੰਸਿਕ ਸੈਮੀਕੰਡਕਟਰ ਦੀ ਕੰਡਕਟਿਵਿਟੀ ਵਧਾਉਣ ਲਈ ਆਪਾਂ ਇੰਟ੍ਰਿੰਸਿਕ ਸੈਮੀਕੰਡਕਟਰ ਦੇ ਅੰਦਰ ਇੱਕ ਹੋਰ ਐਲੀਮੈਂਟ ਪਾ ਦਿੰਦੇ ਹਾਂ। ਉਸ ਐਲੀਮੈਂਟ ਨੂੰ ਆਪਾਂ ਇੰਪਿਓਰਿਟੀ ਕਹਿੰਦੇ ਹਾਂ। ਆਪਾਂ ਉਹ ਐਲੀਮੈਂਟ ਕਿਉਂ ਪਾਉਂਦੇ ਹਾਂ? ਕਿਉਂਕਿ ਉਹਦੀ ਕੰਡਕਟਿਵਿਟੀ ਨੂੰ ਵਧਾਉਣ ਲਈ। ਵੀ ਕੰਡਕਟਿਵਿਟੀ ਬੇਸਿਕਲੀ ਕੀ ਹੈ? ਇਟ ਇਜ਼ ਵਨ ਆਫ ਦੀ ਇਲੈਕਟ੍ਰੀਕਲ ਪ੍ਰੋਪਰਟੀ ਆਫ ਦਾ ਮਟੀਰੀਅਲ। We want to make the intrinsic semiconductor as a conductor. Earlier it was insulator. Now to increase the conductivity, what we do is we add an impurity element to the intrinsic semiconductor so as to bring it to the conductivity, higher conductivity level. जब ਆਪਾਂ इंट्रिंसिक semiconductor लेके आने, जिवें कि तुसी पहली फिगर च देखिया, कोई भी इलेक्ट्रॉन फ्री नहीं है। एक्सट्रिंसिक सैमीकंडक्टर च ਆਪਾਂ जब ਇੰਪਿਓਰਿਟੀ ਨੂੰ ਐਡ ਕਰਦੇ ਹਾਂ, ਯਾਨੀ ਕਿ ਕੋਈ ਹੋਰ ਮਟੀਰੀਅਲ ਐਡ ਕਰਦੇ ਹਾਂ, ਤਾਂ ਆਪਾਂ ਉਸ ਪ੍ਰੋਸੈਸ ਨੂੰ ਕਹਿੰਦੇ ਹਾਂ ਡੋਪਿੰਗ। ਡੋਪਿੰਗ ਕਰਕੇ ਆਪਾਂ ਇੰਟ੍ਰਿੰਸਿਕ ਸੈਮੀਕੰਡਕਟਰ ਦੀ ਕੰਡਕਟਿਵਿਟੀ ਵਧਾ ਸਕਦੇ ਹਾਂ। ਤੇ ਇੰਟ੍ਰਿੰਸਿਕ ਸੈਮੀਕੰਡਕਟਰ ਚੇਂਜ ਹੋ ਜਾਏਗਾ ਕਿਹਦੇ ਚ? ਐਕਸਟ੍ਰਿੰਸਿਕ ਸੈਮੀਕੰਡਕਟਰ ਦੇ ਵਿੱਚ। ਐਕਸਟ੍ਰਿੰਸਿਕ ਸੈਮੀਕੰਡਕਟਰ ਜਿਹੜੇ ਹੈ ਉਹ ਦੋ ਟਾਈਪ ਦੇ ਹੁੰਦੇ ਆ। ਇੱਕ ਹੁੰਦਾ ਐਨ ਟਾਈਪ ਦਾ, ਇੱਕ ਹੁੰਦਾ ਪੀ ਟਾਈਪ। ਇੱਕ ਹੈਗਾ ਐਨ ਟਾਈਪ, ਇੱਕ ਹੈਗਾ ਪੀ ਟਾਈਪ। ਠੀਕ ਹੈ। ਜਦ ਆਪਾਂ ਐਕਸਟ੍ਰਿੰਸਿਕ ਸੈਮੀਕੰਡਕਟਰ ਦੇ ਵਿੱਚ ਡੋਪਿੰਗ ਕਰਨੀ ਹੈ, ਤਾਂ ਡੋਪਿੰਗ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹਾਂ। ਆਪਾਂ ਇੱਕ ਗਰੁੱਪ ਐਲੀਮੈਂਟ, ਜਿਹੜਾ ਕੈਮਿਸਟਰੀ 'ਚ ਤੁਸੀਂ ਪੜ੍ਹਿਆ ਹੋਣਾ, ਗਰੁੱਪ ਨੰਬਰਸ, ਗਰੁੱਪ ਨੰਬਰ 3, ਗਰੁੱਪ ਨੰਬਰ 5। ਜੇ ਆਪਾਂ ਗਰੁੱਪ ਨੰਬਰ 3 ਦੀ ਡੋਪਿੰਗ ਕਰਾਂਗੇ ਤਾਂ ਉਹ ਪੀ ਟਾਈਪ ਬਣ ਜਾਂਦਾ। ਜੇ ਆਪਾਂ ਗਰੁੱਪ ਨੰਬਰ 5 ਦੀ ਡੋਪਿੰਗ ਕਰਾਂਗੇ ਤਾਂ ਉਹ ਐਨ ਟਾਈਪ ਬਣ। ਗਰੁੱਪ ਨੰਬਰ 5 ਦੇ ਵਿੱਚ ਜਿਹੜੀ ਆਊਟਰਮੋਸਟ ਇਲੈਕਟ੍ਰੋਨਸ ਹੁੰਦੇ 5 ਹੁੰਦੇ ਆ, ਤੇ 4 ਇਹਦੇ ਨਾਲ ਬੌਂਡ ਹੋ ਜਾਂਦੇ, ਇੱਕ ਇਲੈਕਟ੍ਰੋਨ ਫ੍ਰੀ ਹੋ ਜਾਂਦਾ। ਇਹਦੇ ਵਿੱਚ ਜਿਹੜਾ ਐਨ ਟਾਈਪ ਮਟੀਰੀਅਲ ਹੈ ਐਕਸਟ੍ਰਿੰਸਿਕ ਸੈਮੀਕੰਡਕਟਰ, ਉਹਦੇ ਵਿੱਚ ਇਲੈਕਟ੍ਰੋਨ ਫ੍ਰੀ ਹੁੰਦਾ। ਜਿਹੜਾ ਪੀ ਟਾਈਪ ਮਟੀਰੀਅਲ ਹੈਗਾ ਉਹਦੇ ਵਿੱਚ ਹੋਲ ਫ੍ਰੀ ਹੁੰਦਾ। ਯਾਨੀ ਕਿ ਪੀ ਟਾਈਪ ਦੇ ਵਿੱਚ ਹੋਲ ਐਜ਼ ਏ ਮੈਜੋਰਿਟੀ ਕੈਰੀਅਰ ਹੁੰਦਾ, ਐਨ ਟਾਈਪ ਦੇ ਵਿੱਚ ਇਲੈਕਟ੍ਰੋਨ ਐਜ਼ ਏ ਮੈਜੋਰਿਟੀ ਕੈਰੀਅਰ ਹੁੰਦਾ। ਇਹਦੇ ਵਿੱਚ ਹੋਲ ਐਜ਼ ਏ majority carrier. N stands for negative and P stands for positive. Positive means whole and N stands for negative. Negative means electron. Now doping ਆਪਾਂ ਕਰਦੇ ਹਾਂ। Doping means it is the introduction of the impurities with the semiconductor crystal, and you have to modify its conductivity level. So in order to modify the conductivity level, what we do is we add an impurity to it. ਇੰਪਿਓਰਿਟੀ ਜਿਹੜੀ ਆਪਾਂ ਐਡ ਕਰਨੀ ਆ, ਉਹ ਦੋ ਤਰੀਕੇ ਦੀ ਇੰਪਿਓਰਿਟੀ ਐਡ ਕਰ ਸਕਦੇ ਹੋ ਤੁਸੀਂ, ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ।
ग्रुप नंबर 3 ਦੀ ਇੰਪਿਓਰਿਟੀ ਐਡ ਕਰਾਂਗੇ, ਗਰੁੱਪ ਨੰਬਰ 3 ਦੀ ਇੰਪਿਓਰਿਟੀ ਐਡ ਕਰਾਂਗੇ ਤਾਂ ਉਹਦੇ ਵਿੱਚ ਬੋਰੋਨ ਆ ਜਾਂਦਾ। ਬੋਰੋਨ ਜਿਹਦੇ ਵਿੱਚ 3 ਵੈਲੈਂਸ ਇਲੈਕਟ੍ਰॉन्स ਹੁੰਦੇ ਆ, ਤੇ ਗਰੁੱਪ ਨੰਬਰ 5 ਦੀ ਅਗਰ ਇੰਪਿਓਰਿਟੀ ਐਡ ਕਰਾਂਗੇ ਤਾਂ ਉਹਦੇ ਵਿੱਚ 5 ਵੈਲੈਂਸ ਇਲੈਕਟ੍ਰॉन, ਉਹਦੀ ਵੈਲੈਂਸੀ 5 ਹੁੰਦੀ ਹੈ। ਤੇ ਗਰੁੱਪ ਨੰਬਰ 3 ਦੀ ਅਗਰ ਆਪਾਂ ਬੋਰੋਨ ਐਡ ਕਰਦੇ ਹਾਂ ਤਾਂ ਉਹ ਜਿਹੜਾ ਮਟੀਰੀਅਲ ਹੈ ਉਹ ਪੀ ਟਾਈਪ ਬਣੇਗਾ। ਔਰ ਜਿਹੜਾ ਜੇ ਆਪਾਂ ਗਰੁੱਪ ਨੰਬਰ 5 ਦੀ ਕੋਈ ਇੰਪਿਓਰਿਟੀ ਐਡ ਕਰਾਂਗੇ ਤਾਂ ਉਹ ਵਾਲਾ ਇਲੈਕਟ੍ਰॉन ਉਹ ਜਿਹੜਾ ਸੈਮੀ ਕੰਡਕਟਰ ਆ ਉਹ ਐਨ ਟਾਈਪ ਬਣੇਗਾ। ਹੁਣ ਇਹ ਸੋ ਜਿਵੇਂ ਤੁਸੀਂ ਦੇਖਿਆ ਕਿ ਪਹਿਲਾਂ ਇਸ ਤੋਂ ਪਹਿਲਾਂ ਟੌਪਿਕ ਦੇ ਅੰਦਰ ਕਿ ਦੋ ਤਰੀਕੇ ਦੀ ਡੋਪਿੰਗ ਹੁੰਦੀ ਹੈ, ਐਨ ਟਾਈਪ ਡੋਪਿੰਗ ਤੇ ਪੀ ਟਾਈਪ ਡੋਪਿੰਗ। ਐਨ ਟਾਈਪ ਡੋਪਿੰਗ ਦੇ ਅੰਦਰ ਆਪਾਂ 5 ਵੈਲੈਂਟ ਐਲੀਮੈਂਟ ਪਾਣਾ, ਜਿਹਦੇ ਆਊਟਰਮੋਸਟ ਸ਼ੈਲ ਦੇ ਵਿੱਚ 5 ਇਲੈਕਟ੍ਰॉन्स ਹੋਣਗੇ, ਉਹੀ ਐਲੀਮੈਂਟ ਆਪਾਂ ਪਾ ਸਕਦੇ ਹਾਂ ਇਹਦੇ ਅੰਦਰ ਐਨ ਟਾਈਪ ਡੋਪਿੰਗ ਦੀ। ਐਨ ਟਾਈਪ ਡੋਪਿੰਗ ਦੇ ਅੰਦਰ ਕੀ ਹੁੰਦਾ ਹੈ ਕਿ ਆ ਸਿਲੀਕਨ ਦੇ ਆ 4 ਇਲੈਕਟ੍ਰॉन ਹੈ, 1 2 3 ਐਂਡ 4, ਠੀਕ ਹੈ ਨਾ। ਆਪਾਂ ਇਹਦੇ ਅੰਦਰ ਫਾਸਫੋਰਸ ਪਾਤਾ, ਆਪਾਂ ਆ ਐਲੀਮੈਂਟ ਜਿਹੜਾ ਕਿ ਰੈੱਡ 'ਚ ਦਿਖਾਈ ਦੇ ਰਿਹਾ ਇੱਥੇ, ਰੈੱਡ 'ਚ ਫਾਸਫੋਰਸ ਪਾਤਾ, ਉਹਦੇ ਅੰਦਰ 5 ਇਲੈਕਟ੍ਰॉन ਹੋਣਗੇ। ਜਿਹੜਾ ਆਹ ਵਾਲਾ ਇਲੈਕਟ੍ਰॉन ਹੈ ਇਹਦੇ ਨਾਲ ਬੌਂਡ ਬਣਾਤਾ, ਆਹ ਵਾਲੇ ਇਲੈਕਟ੍ਰॉन ਨੇ ਇਹਦੇ ਨਾਲ ਬੌਂਡ ਬਣਾਤਾ, ਆਹ ਵਾਲੇ ਨੇ ਇਹਦੇ ਨਾਲ ਬੌਂਡ ਬਣਾਤਾ, ਆਹ ਵਾਲੇ ਨੇ ਇਹਦੇ ਨਾਲ ਬੌਂਡ ਬਣਾ ਦਿੱਤਾ, ਤਾਂ ਇੱਕ ਇਲੈਕਟ੍ਰॉन ਫ੍ਰੀ ਹੋ ਗਿਆ ਨਾ। ਸੋ ਐਨ ਟਾਈਪ ਦੀ ਡੋਪਿੰਗ ਜਿਹੜੀ ਹੈ, ਐਨ ਟਾਈਪ ਦੀ ਡੋਪਿੰਗ ਹੁੰਦੀ ਹੈ that is known as donor that is known as acceptor। लास्ट लाइन दोबारा कर सकते हैं। So when we dope the silicon material with n type material, that is phosphorus, we have the electron as a majority carrier। इलेक्ट्रॉन ਆਪਾਂ ਨੂੰ ਮਿਲਦਾ ਹੈ, इलेक्ट्रॉन मिलन ਦੇ ਕਾਰਨ ਇਹਨੂੰ n टाइप ਕਹਿੰਦੇ ਆ, that is n stands for negative and negative charge on the electron, ठीक है। So we have electron as a charge carrier when we dope it with the material which have 5 electrons in the outermost shell। This type of doping is known as donor doping। ਆਪਾਂ ਜਿਹੜਾ ਫਾਸਫੋਰਸ ਪਾਇਆ ਉਹਨੂੰ ਆਪਾਂ ਡੋਨਰ ਡੋਪਿੰਗ ਕਹਿੰਦੇ, ਡੋਨਰ ਹੈਗਾ ਕਿਉਂਕਿ ਉਹ ਇਲੈਕਟ੍ਰॉन ਦਿੰਦਾ ਹੈ। ਹੁਣ ਨੈਕਸਟ ਟਾਈਪ ਦੀ ਡੋਪਿੰਗ ਹੈਗੀ ਹੈ ਪੀ ਟਾਈਪ ਡੋਪਿੰਗ। ਪੀ ਟਾਈਪ ਡੋਪਿੰਗ ਦੇ ਅੰਦਰ ਆਪਾਂ ਜਿਹੜਾ ਮਟੀਰੀਅਲ ਪਾਣਾ ਉਹ ਥਰਡ ਗਰੁੱਪ ਦਾ ਐਲੀਮੈਂਟ ਪਾਣਾ। थर्ड ग्रुप ਦਾ ਐਲੀਮੈਂਟ ਦੇ ਵਿੱਚ ਕਿੰਨੇ ਇਲੈਕਟ੍ਰॉन्स ਹੁੰਦੇ, 3 ਵੈਲੈਂਟ ਐਲੀਮੈਂਟ ਪਾਣਾ। 3 ਵੈਲੈਂਟ ਐਲੀਮੈਂਟ ਜਿਹਦੇ ਚ ਆਊਟਰਮੋਸਟ ਸ਼ੈਲ ਦੇ ਵਿੱਚ 3 ਇਲੈਕਟ੍ਰॉन्स ਹੋਣਗੇ, ਆਪਾਂ ਉਹੀ ਪਾ ਸਕਦੇ। ਜਿਵੇਂ ਫॉर ਐਗਜ਼ਾਮਪਲ ਆਪਾਂ ਇਹਦੇ ਅੰਦਰ ਬੋਰੋਨ ਪਾਣੇ ਆ, ਆਪਾਂ ਪੀ ਟਾਈਪ ਡੋਪਿੰਗ ਕਰਾਂਗੇ ਕਿਹਦੇ ਨਾਲ, ਬੋਰੋਨ ਦੇ ਨਾਲ। ਤਾਂ ਦੇਖੋ ਇਸ ਫਿਗਰ ਦੇ ਵਿੱਚ ਆਪਾਂ ਸਮਝਾਉਂਦੇ ਹਾਂ ਤੁਹਾਡੇ ਨਾਲ, ਪੀ ਟਾਈਪ ਡੋਪਿੰਗ ਆਪਾਂ ਜਦ ਕਰਦੇ ਹਾਂ ਬੋਰੋਨ ਦੇ ਨਾਲ ਤਦ ਕਿਆ ਹੁੰਦਾ। ਜਦ ਆਪਾਂ ਪੀ ਟਾਈਪ ਡੋਪਿੰਗ ਕੀਤੀ ਆ, ਬੋਰੋਨ ਲਿਖਿਆ ਹੋਇਆ, ਇਹਦੇ ਆਊਟਰਮੋਸਟ ਸ਼ੈਲ 'ਚ 3 ਇਲੈਕਟ੍ਰॉन्स ਹੋਣਗੇ 1 2 ਐਂਡ 3, ਜਿਹੜੇ ਕਿ ਬੌਂਡਿੰਗ ਹੋ ਜਾਣਗੀ ਕਿਹਦੇ ਨਾਲ, ਸਿਲੀਕॉन ਦੇ ਨਾਲ ਬੌਂਡਿੰਗ ਹੋ ਗਈ। ਤੇ ਜਿਹੜਾ ਆਹ ਵਾਲਾ ਜਿਹੜਾ ਸਿਲੀਕॉन ਦਾ ਆਹ ਵਾਲਾ ਪੋਰਸ਼ਨ ਸੀਗਾ ਜਿੱਥੇ ਸਿਲੀਕॉन ਦਾ ਇੱਕ ਇਲੈਕਟ੍ਰॉन ਪਹਿਲਾਂ ਸੀਗਾ, ਉੱਥੇ ਇੱਕ ਹੋਲ ਕ੍ਰੀਏਟ ਹੋ ਜਾਂਦਾ। ਯਾਨੀ ਕਿ ਅਗਰ ਬੋਰੋਨ ਪਾਣਾ ਹੈ, ਅਗਰ ਆਪਾਂ ਥਰਡ ਗਰੁੱਪ ਦਾ ਐਲੀਮੈਂਟ ਪਾਣਾ ਹੈ ਤਾਂ ਉਸ ਵੇਲੇ ਸਾਨੂੰ ਪੀ ਟਾਈਪ ਦੀ ਡੋਪਿੰਗ ਮਿਲੇਗੀ, ਪੀ ਟਾਈਪ ਸੈਮੀ ਕੰਡਕਟਰ ਮਿਲੇਗਾ ਔਰ ਉਹਦੇ ਵਿੱਚ ਸਾਡੇ ਹੋਲਸ ਐਜ਼ ਏ ਮੈਜੋਰਿਟੀ ਕੈਰੀਅਰ ਹੋਣਗੇ। जब आप होल्स एज ए मेजोरिटी कैरियर करने हैं तो दूजा माइनॉरिटी हो जाता है। होल्स मेजोरिटी हो गए तो ये माइनॉरिटी कैरियर किहड़े हो गए, इलैक्ट्रॉन्स। इस तरह ही जो आप पिछे डिस्कस किया सीगा, यानी कि एन टाइप डोपिंग के अंदर, एन टाइप डोपिंग के अंदर इलैक्ट्रॉन मेजोरिटी कैरियर हो गया तो होल्स जोड़े हो गए माइनॉरिटी कैरियर हो गए। सो दिस वाज हाउ वी डू द डोपिंग एंड कन्वर्ट द इंट्रिंसिक सैमीकंडक्टर। इंट्रिंसिक सैमीकंडक्टर जो प्योर फॉर्म च सीगा, ਜਿਹੜਾ ਕਿ इंसुलेटर ਸੀਗਾ, get converted to extrinsic semiconductor and which is the impure form of the semiconductor। ਇਹਦੇ ਵਿੱਚ ਆ p ਟਾਈਪ ਹੈਗੀ ਹੈ, ਆ n ਟਾਈਪ ਹੈਗੀ ਹੈ। p ਟਾਈਪ ਦੇ ਵਿੱਚ ਗਰੁੱਪ 3 ਪਾਣਾ ਹੈ, n ਟਾਈਪ ਦੇ ਵਿੱਚ ਗਰੁੱਪ 5 ਪਾਣਾ ਹੈ। ਗਰੁੱਪ 3 ਚ ਤੁਸੀਂ ਬੋਰੋਨ ਪਾ ਸਕਦੇ ਹੋ, ਗਰੁੱਪ 5 ਚ ਫਾਸਫੋਰਸ ਪਾ ਸਕਦੇ ਹੋ, ਬਿਸਮਿਥ ਵੀ ਪਾ ਸਕਦੇ ਹੋ। ਤੇ ਗਰੁੱਪ p ਦੇ ਵਿੱਚ ਜਿਹੜਾ ਇੰਪਿਓਰਿਟੀ ਆਪਾਂ ਪਾਉਂਦੇ ਆ ਉਹਨੂੰ ਅਸੈਪਟਰ ਕਹਿੰਦੇ ਆ, ਤੇ ਗਰੁੱਪ n ਟਾਈਪ ਦੇ ਵਿੱਚ ਗਰੁੱਪ 5 ਚ ਜਿਹੜੇ ਪਾਉਂਦੇ ਆ ਉਹਨੂੰ ਅਸੀਂ ਡੋਨਰ ਕਹਿੰਦੇ ਆ। Now in the p type and n type, here we are listing the majority carrier and minority carrier। बहुत ही important है ਤੁਹਾਨੂੰ ਇਹ ਯਾਦ ਕਰਨਾ ਕਿ majority carrier ਕਿਹੜਾ, minority carrier ਕਿਹੜਾ। majority carrier ਦਾ ਮਤਲਬ ਹੁੰਦਾ ਕਿ ਕਰੰਟ ਕਿੱਥੋਂ ਆਉਂਦਾ, ਕਰੰਟ ਤਾਂ ਹੋਲ ਤੋਂ ਵੀ ਆਊਗਾ, ਕਰੰਟ ਇਲੈਕਟ੍ਰੋਨ ਤੋਂ ਵੀ ਆਊਗਾ। ਜੇ p type ਹੈਗਾ ਤਾਂ ਕਰੰਟ ਹੋਲ ਤੋਂ ਆਊਗਾ majority carrier, minority carrier ਇਲੈਕਟ੍ਰੋਨਸ ਹੋ ਜਾਣਗੇ। ਜੇ n type ਮਟੀਰੀਅਲ ਹੈਗਾ ਤਾਂ ਇਲੈਕਟ੍ਰੋਨਸ ਐਜ਼ majority carrier ਹੋਣਗੇ, ਹੋਲਸ ਐਜ਼ minority carrier ਹੋਣਗੇ।
सो जद एक साइंटिस्ट के दिमाग 'ਚ ਇਹ ਗੱਲ ਆਈ ਕਿ जद पी टाइप ਆਪਾਂ एन टाइप डोपिंग कर ਲੈਂਦੇ ਆ ਤਾਂ ਉਹਦੇ ਅੰਦਰ ਕੈਰੀਅਰਸ ਵੱਧ ਜਾਂਦੇ ਆ, ਯਾਨੀ ਕਿ ਕੰਡਕਟਿਵਿਟੀ ਵੱਧ ਜਾਂਦੀ ਹੈ। ਡੋਪਿੰਗ ਕਰਨ ਤੋਂ ਬਾਅਦ ਕੰਡਕਟਿਵਿਟੀ ਵੱਧ ਜਾਂਦੀ ਹੈ, ਤਾਂ ਕਿਉਂ ਨਾ ਆਪਾਂ ਇੱਕ ਐਸਾ ਸਰਕਿਟ, ਆਪਾਂ ਇੱਕ ਐਸੀ ਡਿਵਾइस ਕ੍ਰੀਏਟ ਕਰੀਏ ਜਿਹਦੇ ਅੰਦਰ ਕਰੰਟ ਫਲੋ करे। करंट फ्लो करेगा पॉजिटिव टू नैगेटिव। ਤਾਂ करंट फ्लो ਕਰਨ ਲਈ ਆਪਾਂ ਨੂੰ पी टाइप भी ਚਾਹੀਦਾ ਤੇ एन टाइप भी ਚਾਹੀਦਾ। ਤਾਂ ਉਹਨੇ ਇੱਕ PN ਜੰਕਸ਼ਨ ਨੂੰ ਮੈਨੂਫੈਕਚਰ ਕੀਤਾ। ਉਹਦੇ ਅੰਦਰ ਕੀ ਕੀਤਾ, ਮਾਰਕੀਟ ਤੋਂ ਸਿਲੀਕਨ ਦਾ ਕ੍ਰਿਸਟਲ ਲਿਆ ਕਰਕੇ ਉਹਦਾ ਅੱਧਾ ਪਾਸਾ पी टाइप ਦੇ ਨਾਲ ਡੋਪਿੰਗ ਕਰਤੀ, ਅੱਧੇ ਪਾਸੇ एन टाइप ਦੇ ਨਾਲ ਡੋਪਿੰਗ ਕਰਤੀ। ਜਿਸ ਪਾਸੇ ਉਹਨੇ पी टाइप ਦੇ ਨਾਲ ਡੋਪਿੰਗ ਕੀਤੀ, पी टाइप ਮਟੀਰੀਅਲ ਨਾਲ ਡੋਪਿੰਗ ਕੀਤੀ, ਉੱਥੇ ਹੋਲ ਦਾ ਕਰੰਟ ਆ ਗਿਆ। ਜਿੱਥੇ ਉਹਨੇ एन टाइप ਦੇ ਨਾਲ ਡੋਪਿੰਗ ਕੀਤੀ, ਉੱਥੇ ਇਲੈਕਟ੍ਰੋਨ ਦਾ ਕਰੰਟ ਆ ਗਿਆ। ਤੇ ਜਿਹੜਾ ਡਾਇਓਡ ਹੁੰਦਾ ਉਹਦੇ ਵਿੱਚ ਜਿਹੜਾ पी टाइप ਸਾਈਡ ਹੁੰਦਾ ਉਹਨੂੰ ਆਪਾਂ ਪੋਜ਼ਿਟਿਵ ਦੇ ਨਾਲ, ਐਨੋਡ ਟਰਮੀਨਲ ਨਾਲ ਸ਼ੋ ਕਰਦੇ ਆ। ਸਿੰਬਲ ਹੈਗਾ ਡਾਇਓਡ ਦਾ। ਜਿਹੜਾ ਆਪਾਂ ਇਲੈਕਟ੍ਰੋਨ ਕਰੰਟ ਜਿਹੜਾ ਕਿ एन टाइप ਦੀ ਡੋਪਿੰਗ ਕਰਦੇ ਉਹਨੂੰ ਆਪਾਂ ਕੈਥੋਡ ਨਾਲ ਸ਼ੋ ਕਰਦੇ। ਹੁਣ ਆਪਾਂ ਇਸ ਫਿਗਰ 'ਚ ਦੇਖਾਂਗੇ ਕਿ ਅਗਰ ਆਪਾਂ ਇਹਨੂੰ ਵੋਲਟੇਜ ਦਿੰਨੇ ਆ ਤਾਂ ਕੀ ਹੁੰਦਾ। ਜਦ ਆਪਾਂ ਇਹਨੂੰ ਵੋਲਟੇਜ ਦਿੰਨੇ ਆ ਤਾਂ ਆ ਵੋਲਟੇਜ ਦੇਤੀ, ਆ ਪੋਜ਼ਿਟਿਵ ਸਾਈਡ ਹੈ, ਆ ਨੈਗੇਟਿਵ ਸਾਈਡ ਹੈ। ਜਦ ਆਪਾਂ ਪੋਜ਼ਿਟਿਵ ਸਾਈਡ P ਦੇ ਨਾਲ ਕਨੈਕਟ ਕਰਤਾ ਤੇ ਨੈਗੇਟਿਵ ਸਾਈਡ N ਦੇ ਨਾਲ ਕਨੈਕਟ ਕਰਤਾ, ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਹੋਲਸ ਹੈ ਇਹਦੇ ਤੋਂ ਰਿਪੈਲ ਕਰਕੇ ਇੱਧਰ ਨੂੰ ਚੱਲਣਗੇ। ਇਲੈਕਟ੍ਰੋਨਸ ਜਿਹੜੇ ਇਹਦੇ ਤੋਂ ਰਿਪੈਲ ਕਰਨਗੇ, ਇਲੈਕਟ੍ਰੋਨਸ ਨੈਗੇਟਿਵ ਚਾਰਜ ਹੁੰਦਾ ਤਾਂ ਨੈਗੇਟਿਵ ਤੋਂ ਰਿਪੈਲ ਕਰੇਗਾ, ਇੱਧਰ ਨੂੰ ਜਾਏਗਾ। ਹੋਲਸ ਇੱਧਰ ਨੂੰ ਚੱਲਣਗੇ ਤੇ ਇਲੈਕਟ੍ਰੋਨਸ ਇੱਧਰ ਨੂੰ ਚੱਲਣਗੇ ਤੇ ਇਹਦੇ ਵਿੱਚ ਕਰੰਟ ਫਲੋ ਕਰੇਗਾ। ਇਸ ਵੇਲੇ ਆਪਾਂ ਜਿਹੜੀ PN ਜੰਕਸ਼ਨ ਡਾਇਓਡ ਨੂੰ ਇੱਕ ਫਾਰਵਰਡ ਬਾਇਸ ਕਨੈਕਸ਼ਨ ਦੇ ਵਿੱਚ ਲਗਾਇਆ ਹੋਇਆ। ਫਾਰਵਰਡ ਬਾਇਸ ਕਨੈਕਸ਼ਨ ਦੇ ਅੰਦਰ ਕੀ ਹੁੰਦਾ ਹੈ ਕਿ ਆਪਾਂ ਬੈਟਰੀ ਦਾ P ਜਿਹੜਾ ਹੈ ਉਹ P ਦੇ ਨਾਲ ਕਨੈਕਟ ਕਰਦੇ ਨੇ, ਬੈਟਰੀ ਦਾ N ਜੋ ਹੈ ਉਹ N ਸਾਈਡ ਨਾਲ ਕਨੈਕਟ ਕਰਦੇ ਨੇ। ਇਹਦੇ ਨਾਲ ਫਲੋ ਆਫ ਇਲੈਕਟ੍ਰੋਨਸ, ਫਲੋ ਆਫ ਹੋਲਸ ਹੁੰਦਾ। ਜਦ ਇਹ ਹੋਲਸ ਜਿਹੜੇ ਇੱਧਰ ਨੂੰ ਫਲੋ ਕਰਦੇ ਆ ਤਾਂ ਆਪਾਂ ਕਹਿੰਦੇ ਆ ਕਿ ਜਿਹੜਾ ਕਰੰਟ ਦੀ ਡਾਇਰੈਕਸ਼ਨ ਆ ਉਹ ਇੱਧਰ ਤੋਂ ਲੈ ਕੇ ਇੱਧਰ ਨੂੰ ਹੈ। ਜਦ ਆਪਾਂ ਉਹਨੂੰ ਰਿਵਰਸ ਬਾਇਸ ਕਰ ਦਿੰਦੇ ਆ ਰਿਵਰਸ ਬਾਇਸ ਹੋ ਗਿਆ, ਯਾਨੀ ਕਿ P ਸਾਈਡ ਅਸੀਂ N ਦੇ ਨਾਲ ਲਗਾਤੀ, N ਸਾਈਡ ਆਪਾਂ P ਦੇ ਨਾਲ ਲਗਾਤੀ। ਉਹਦੇ ਨਾਲ ਕੀ ਹੁੰਦੇ ਆ, ਜਿਹੜੇ ਹੋਲਸ ਹੁੰਦੇ ਆ ਉਹ ਇੱਧਰਲੀ ਸਾਈਡ ਨੂੰ ਅਟਰੈਕਟ ਹੋਣਗੇ, ਯਾਨੀ ਕਿ ਹੋਲਸ ਹੈਗੇ, ਹੋਲਸ ਜਿਹੜੇ ਉਹ P ਸਾਈਡ ਵੱਲ ਅਟਰੈਕਟ ਹੋ ਜਾਣਗੇ, N ਸਾਈਡ ਵੱਲ N ਇਲੈਕਟ੍ਰੋਨਸ ਜਿਹੜੇ ਇੱਧਰ ਨੂੰ ਅਟਰੈਕਟ ਹੋ ਜਾਣਗੇ ਤੇ ਵਿਚਕਾਰ ਜਿਹੜਾ ਕੋਈ ਕਰੰਟ ਫਲੋ ਜਿਹੜਾ ਉਹ ਰੁਕ ਜਾਏਗਾ। ਸੋ ਦਿਸ ਇਜ਼ ਰਿਵਰਸ ਬਾਇਸ ਐਂਡ ਦਿਸ ਇਜ਼ ਫਾਰਵਰਡ ਬਾਇਸ। ਫਾਰਵਰਡ ਬਾਇਸ ਦੇ ਅੰਦਰ ਡਾਇਓਡ ਦੇ ਅੰਦਰ ਕਰੰਟ ਹੁੰਦਾ ਹੈ ਤੇ ਰਿਵਰਸ ਬਾਇਸ ਦੇ ਅੰਦਰ ਕਰੰਟ ਨਹੀਂ ਹੁੰਦਾ। ਹੁਣ ਆਪਾਂ ਪੜਾਂਗੇ ਕਿ ਜਦ ਅਨਬਾਇਸਡ PN ਜੰਕਸ਼ਨ ਹੁੰਦਾ ਹੈ ਤਾਂ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ। ਇਸ ਟਾਈਮ ਇਸ ਫਿਗਰ ਦੇ ਅੰਦਰ ਆ N ਟਾਈਪ ਮਟੀਰੀਅਲ ਹੈਗਾ, ਆ P ਟਾਈਪ ਮਟੀਰੀਅਲ ਹੈ। ਜਿਹੜਾ N ਟਾਈਪ ਮਟੀਰੀਅਲ ਹੈ, ਜਿਵੇਂ ਕਿ ਅੱਗੇ ਤੁਹਾਨੂੰ ਦੱਸਿਆ, ਉਹਦੇ ਅੰਦਰ ਇਲੈਕਟ੍ਰੋਨਸ ਹੁੰਦੇ ਆ ਤੇ ਜਿਹੜਾ P ਟਾਈਪ ਮਟੀਰੀਅਲ ਹੈ ਉਹਦੇ ਅੰਦਰ ਹੋਲਸ ਹੁੰਦੇ ਆ। ਤੇ ਜਦ ਆਪਾਂ ਇਹਨੂੰ ਬਾਇਸਿੰਗ ਕਰ ਦਿੰਦੇ ਆ ਤਾਂ ਇਲੈਕਟ੍ਰੋਨਸ ਇੱਧਰ ਨੂੰ ਫਲੋ ਕਰਨ ਲੱਗ ਜਾਂਦੇ ਆ। ਤਾਂ ਇਲੈਕਟ੍ਰੋਨਸ ਵਾਟ ਇਜ਼ ਕਰੰਟ, ਕਰੰਟ ਇਜ਼ ਦਾ ਫਲੋ ਆਫ ਇਲੈਕਟ੍ਰੋਨਸ। ਜਦ ਇਹ ਇਲੈਕਟ੍ਰੋਨਸ ਫਲੋ ਕਰਨ ਲੱਗ ਜਾਂਦੇ ਆ ਤਾਂ ਉਹਦੇ ਅੰਦਰ ਕਰੰਟ ਆ ਜਾਂਦਾ। So this was how the PN junction is being created. The silicon crystal, half of the silicon crystal was being doped with the P-type material, or the P-type material, that is boron. Half of the silicon crystal was doped with the N-type material, that was phosphorus. So we got the PN junction like this. ਹੁਣ ਆਪਾਂ ਪੜਾਂਗੇ ਕਿ PN junction ਚ ਹੁੰਦਾ ਕੀ ਮਤਲਬ ਇਹ ਪ੍ਰੋਸੈਸ ਕੀ ਹੁੰਦਾ ਅੰਦਰ, ਇਹਦੇ ਅੰਦਰ ਪ੍ਰੋਸੈਸ ਕੀ ਚੱਲਦਾ ਹੁੰਦਾ। PN ਜੰਕਸ਼ਨ ਨੂੰ ਸਮਝਣ ਲਈ ਆਪਾਂ ਇੱਕ ਫਿਗਰ ਤੁਹਾਨੂੰ ਸਮਝਾਉਂਦੇ ਹਾਂ ਕਿ P ਟਾਈਪ ਔਰ N ਟਾਈਪ ਵਾਲੀ ਫਿਗਰ ਕਿ ਔਰ P ਟਾਈਪ ਔਰ N ਟਾਈਪ ਦੇ ਵਿੱਚ ਕਿਵੇਂ ਐਨੋਇਨਸ ਬਣਦੇ ਆ। ਜਦ ਆਪਾਂ P ਟਾਈਪ ਮਟੀਰੀਅਲ ਕਰਨਾ ਹੈ ਉਹਦੇ ਅੰਦਰ ਆਪਾਂ ਬੋਰੋਨ ਪਾਤਾ। ਜਦ ਬੋਰੋਨ ਐਟਮ ਦੇ ਵਿੱਚੋਂ 3 ਇਲੈਕਟ੍ਰੋਨ ਨਿਕਲ ਕੇ ਇਹਦੇ ਨਾਲ ਬੌਂਡਿੰਗ ਕਰ ਲੈਣਗੇ ਤਾਂ ਬੋਰੋਨ ਦਾ ਐਟਮ ਦੇ ਉੱਤੇ ਨੈਗੇਟਿਵ ਚਾਰਜ ਆ ਜਾਏਗਾ। ਆਈ ਅਗੇਨ ਰਿਪੀਟ, for the p-type material when we add the boron atom ਤਾਂ ਇਹਦੇ ਬੋਰੋਨ ਦੇ ਜਿਹੜੇ 3 ਇਲੈਕਟ੍ਰੋਨਸ ਹੁੰਦੇ ਆ ਉਹ ਇਹਦੇ ਨਾਲ ਬੌਂਡਿੰਗ ਕਰ ਲੈਂਦੇ ਆ। ਬੌਂਡਿੰਗ ਕਰ ਲਈ ਤੇ ਇੱਕ ਹੋਲ ਜਿਹੜਾ ਹੈ ਐਕਸਟਰਾ ਰਹਿ ਗਿਆ। ਜਿਹੜਾ ਹੋਲ ਰਹਿ ਗਿਆ ਉਹ ਤਾਂ ਕੰਡਕਟ ਕਰੇਗਾ ਇਲੈਕਟ੍ਰਿਸਿਟੀ, ਲੇਕਿਨ ਉਹਦੇ ਇਲਾਵਾ ਵੀ ਕੀ ਚੀਜ਼ ਰਹਿ ਗਈ ਹੋਰ, ਉਹਦੇ ਇਲਾਵਾ ਸਾਡੇ ਕੋਲ ਜਦ ਇਹਦੇ ਤੋਂ ਇਲੈਕਟ੍ਰੋਨ ਨਿਕਲ ਜਾਣਗੇ ਬੋਰੋਨ ਤੋਂ, ਇਹਦੇ ਅੰਦਰ ਨੈਗੇਟਿਵ ਚਾਰਜ ਆ ਜਾਏਗਾ। ਤਾਂ ਕੀ ਚੀਜ਼ ਆ ਗਈ P ਟਾਈਪ ਦੇ ਅੰਦਰ, ਕੀ ਚੀਜ਼ ਆਪਾਂ ਸ਼ੋ ਕਰਨੀ ਹੈ। ਇੱਕ ਤਾਂ ਨੈਗੇਟਿਵ ਚਾਰਜ ਬੋਰੋਨ ਐਟਮ ਸ਼ੋ ਕਰਾਂਗੇ, ਇੱਕ ਆਪਾਂ ਹੋਲ ਸ਼ੋ ਕਰਾਂਗੇ। ਕਲੀਅਰ ਹੈ ਇਹ ਗੱਲ।
ਹੁਣ N ਟਾਈਪ ਦੇ ਦੇਖਦੇ ਨੇ, N ਟਾਈਪ ਦੇ ਅੰਦਰ ਆਪਾਂ ਦੇ 5 ਇਲੈਕਟ੍ਰੋਨਸ ਹੁੰਦੇ ਆ ਤਾਂ 4 ਇਲੈਕਟ੍ਰੋਨ ਇੱਥੇ ਲੱਗ ਗਏ, 1 ਇਲੈਕਟ੍ਰੋਨ ਆ ਗਏ। ਜਿੱਥੇ ਇਹਦੇ ਅੰਦਰ ਹੋਲਸ ਆਉਂਦੇ ਆ ਇਹਦੇ ਅੰਦਰ ਇਲੈਕਟ੍ਰੋਨਸ ਆਉਣਗੇ। 1 ਇਲੈਕਟ੍ਰੋਨ ਦਿਖਾਵਾਂਗੇ ਤੇ 1 ਆਪਾਂ ਕੀ ਦਿਖਾਵਾਂਗੇ, ਜਦ ਕਿਸੇ ਵੀ ਐਟਮ ਦੇ ਅੰਦਰ ਇਲੈਕਟ੍ਰੋਨ ਰਿਸੀਵ ਹੁੰਦਾ ਹੈ, ਇਲੈਕਟ੍ਰੋਨਸ ਜਿਹੜਾ ਰਿਸੀਵ ਹੋ ਜਾਂਦਾ ਹੈ ਉਹਦੇ ਅੰਦਰ ਜਿਹੜਾ ਹੈ ਪੋਜ਼ਿਟਿਵ ਚਾਰਜ ਆਉਂਦਾ ਹੈ, ਠੀਕ ਹੈ, ਪੋਜ਼ਿਟਿव चार्ज आना है। सो दिस इज पॉजिटिव चार्ज will be there for electrons for this n type impurity. So negative and positive charges will be there. ਆ ਦੇਖੋ ਇਸ ਆ ਫਿਗਰ ਸ਼ੋ ਕੀਤੀ ਜਾਂਦੀ ਹੈ। ਇਸ ਫਿਗਰ ਦੇ ਅੰਦਰ ਦਿਖਾਇਆ ਕਿ ਜਿਹੜਾ ਆ ਵਾਲੇ ਜਿਹੜੇ ਸਰਕਲ ਦੇ ਅੰਦਰ ਹੈਗੇ, ਸਰਕਲ ਦੇ ਅੰਦਰ ਪੀ ਟਾਈਪ ਚ ਕੀ ਹੈ, ਨੈਗੇਟਿਵਲੀ ਚਾਰਜ ਆਇਨਸ, ਇਹਨਾਂ ਨੂੰ ਆਪਾਂ ਆਇਨਸ ਕਹਿੰਦੇ ਆ। ਜਿਹੜਾ ਆਇਨਸ ਹੁੰਦੇ ਆ ਉਹ ਮੂਵ ਨਹੀਂ ਕਰ ਸਕਦੇ। ਜਿਹੜੇ ਆਇਨਸ ਹੁੰਦੇ ਉਹ ਕਾਫੀ ਭਾਰੀ ਹੁੰਦੇ ਆ, ਭਾਰੀ ਚੀਜ਼ ਮੂਵ ਨਹੀਂ ਕਰ ਸਕਦੀ, ਜਿਹੜੀ ਹਲਕੀ ਚੀਜ਼ ਆ ਉਹੀ ਮੂਵ ਕਰ ਸਕਦੀ ਹੈ। ਇਹਦੇ ਅੰਦਰ ਜਿਹੜੇ ਨੈਗੇਟਿਵਲੀ ਚਾਰਜ ਪਾਰਟੀਕਲ ਹੋਣਗੇ ਤੇ ਹੋਲਸ ਹੋਣਗੇ, ਇਹਦੇ ਅੰਦਰ ਕੀ ਹੋਣਗੇ, ਪੋਜ਼ਿਟਿਵਲੀ ਚਾਰਜ ਪਾਰਟੀਕਲ ਹੋਣਗੇ ਤੇ ਨਾਲ ਹੋਣਗੇ ਇਲੈਕਟ੍ਰੋਨਸ। ਉਸ ਤੋਂ ਬਾਅਦ ਇਹ ਦੇਖਦੇ ਹਾਂ ਆਪਾਂ ਕਿਵੇਂ ਇਹ ਕੰਮ ਕਰਦਾ। ਜਦ ਇਹਨੂੰ ਆਪਾਂ ਜਦ ਇਹ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਯਾਨੀ ਕਿ ਇਹਦੇ ਅੰਦਰ ਹੋਲਸ ਹੁੰਦੇ ਆ, ਇਹਦੇ ਅੰਦਰ ਇਲੈਕਟ੍ਰੋਨਸ ਹੁੰਦੇ ਆ, ਤਾਂ ਜਿਹੜਾ ਇਹ ਜੰਕਸ਼ਨ ਹੁੰਦਾ ਨਾ, ਜੰਕਸ਼ਨ ਦੇ ਨੇੜੇ ਤੇੜੇ ਜਿਹੜੇ ਇਲੈਕਟ੍ਰੋਨ ਤੇ ਹੋਲ ਹੁੰਦੇ ਆ ਉਹ ਆਪਸ 'ਚ ਕੰਬਾਈਨ ਕਰ ਜਾਂਦੇ ਆ। ਜਿਹੜਾ ਇਲੈਕਟ੍ਰੋਨ ਤੇ ਹੋਲ ਹੁੰਦਾ ਨਾ, ਜਿਹੜਾ ਜਦ ਆਪਸ 'ਚ ਕੰਬਾਈਨ ਕਰਦੇ ਤਾਂ ਉਹ ਖਤਮ ਹੋ ਜਾਂਦੇ। ਤਾਂ ਜਿਹੜੇ ਐਟਮ ਇਹਦੇ ਨੇੜੇ ਤੇੜੇ ਪਏ ਹੋਣਗੇ, ਜੰਕਸ਼ਨ ਦੇ ਨੇੜੇ ਹੋਣਗੇ, ਉਹ ਜਿਹੜੇ ਉਹ ਕੋਲ ਹੋਣਗੇ, ਤਾਂ ਉਹ ਜਿਹੜੇ ਉਹ ਐਟਮ ਦੇ ਉੱਪਰ ਜਿਹੜੇ ਇਲੈਕਟ੍ਰੋਨ ਤੇ ਹੋਲ ਖਤਮ ਹੋ ਚੁੱਕੇ ਹੋਣਗੇ। ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਪੋਜ਼ਿਟਿਵ ਆਇਨ ਹੈਗਾ, ਇਹ ਨੈਗੇਟਿਵ ਆਇਨ ਹੈਗਾ, ਇਹ ਪੋਜ਼ਿਟਿਵ ਆਇਨ ਹੈ। ਇਹ ਜਿਹੜੇ ਦੇ ਜੰਕਸ਼ਨ ਦੇ ਨੇੜੇ ਹੈਗੇ, ਕੋਲ ਹੈਗੇ, ਉਹਦੇ ਉੱਤੇ ਕੋਈ ਵੀ ਇਲੈਕਟ੍ਰੋਨ ਤੇ ਹੋਲ ਨਹੀਂ ਹੈ ਕਿਉਂਕਿ ਉਹ ਖਤਮ ਹੋ ਚੁੱਕੇ ਨੇ। ਇਸ ਦੇ ਕਾਰਨ ਕੀ ਹੁੰਦਾ ਹੈ ਕਿ ਜਿਹੜੀ ਜੰਕਸ਼ਨ ਦੇ ਨੇੜੇ ਤੇੜੇ ਨਾ ਇੱਕ ਲੇਅਰ ਬਣ ਜਾਂਦੀ ਹੈ ਜਿਹਦੇ ਅੰਦਰ ਕੋਈ ਵੀ ਇਲੈਕਟ੍ਰੋਨ ਤੇ ਹੋਲ ਨਹੀਂ ਹੁੰਦਾ, ਇਕੱਲੇ ਪੋਜ਼ਿਟਿਵਲੀ ਚਾਰਜ ਤੇ ਨੈਗੇਟਿਵਲੀ ਚਾਰਜ ਆਇਨਸ ਹੁੰਦੇ ਆ। ਉਹਨੂੰ ਆਪਾਂ ਕਹਿੰਦੇ ਡਿਪਲੀਸ਼ਨ ਰੀਜਨ। ਆ ਦੇਖੋ ਆ ਲਿਖਿਆ ਹੈ ਨਾ ਨੈਗੇਟਿਵ ਆਇਨ। ਨੈਗੇਟਿਵ ਆਇਨ ਕਿੱਥੋਂ ਆਇਆ, ਪੀ ਟਾਈਪ ਤੋਂ ਆਇਆ। ਪੋਜ਼ਿਟਿਵ ਆਇਨ ਕਿੱਥੋਂ ਆਇਆ, ਐਨ ਟਾਈਪ ਤੋਂ ਆਇਆ। ਲੇਕਿਨ ਇਹਦੇ ਅੰਦਰ ਕੋਈ ਵੀ ਇਲੈਕਟ੍ਰੋਨ ਤੇ ਹੋਲਸ ਨਹੀਂ ਹੈ। ਇਹਨੂੰ ਆਪਾਂ ਕਹਿੰਦੇ ਆ ਬੇਸਿਕਲੀ the depletion layer has been created. Now see in this figure it is very clear that the depletion layer has been created. The depletion layer ਦੇ ਅੰਦਰ ਕੀ ਹੁੰਦਾ ਕਿ ਨੈਗੇਟਿਵ ਚਾਰਜ ਆਇਨਸ ਹੈਗੇ, ਇਹਦੇ ਅੰਦਰ ਨੈਗੇਟਿਵ ਚਾਰਜ ਆਇਨਸ ਹੈਗੇ, ਪੋਜ਼ਿਟਿਵਲੀ ਚਾਰਜ ਕੈਟਾਇਨਸ ਹੈਗੇ। ਇਹ ਦੋਨੇ ਵਿਦਾਊਟ ਐਨੀ ਇਲੈਕਟ੍ਰੋਨ ਤੇ ਹੋਲ ਹੈਗੇ। ਇਹਦੇ ਅੰਦਰ ਕੋਈ ਵੀ ਇਲੈਕਟ੍ਰੋਨ ਤੇ ਹੋਲ ਇਸ ਵੇਲੇ ਅਵੇਲੇਬਲ ਨਹੀਂ ਹੁੰਦਾ। ਡਿਪਲੀਸ਼ਨ ਲੇਅਰ ਇਹਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਅੰਦਰ ਇਲੈਕਟ੍ਰੋਨ ਤੇ ਹੋਲ ਖਤਮ ਹੋ ਚੁੱਕੇ ਹੁੰਦੇ। ਡਿਪਲੀਸ਼ਨ ਦਾ ਮਤਲਬ ਹੁੰਦਾ ਇੰਗਲਿਸ਼ 'ਚ ਕਮੀ। ਇਹਦੇ ਅੰਦਰ ਕਮੀ ਆ ਜਾਂਦੀ। ਕਿਹਦੀ ਕਮੀ ਆ ਜਾਂਦੀ ਹੈ ਬਈ, ਇਲੈਕਟ੍ਰੋਨ ਤੇ ਹੋਲ ਦੀ ਕਮੀ ਆ ਜਾਂਦੀ ਹੈ। ਉਹ ਕੰਬਾਈਨ ਕਰਨ ਤੇ ਖਤਮ ਹੋ ਜਾਂਦੇ ਤੇ ਬਾਕੀ ਜਿਹੜੀ ਕੀ ਚੀਜ਼ ਬਚ ਜਾਂਦੀ ਹੈ, ਬਾਕੀ ਇਹਦੇ ਅੰਦਰ ਇਮੋਬਾਈਲ, ਵੀ ਕਾਲਡ ਇਟ ਇਮੋਬਾਈਲ ਆਇਨਸ, ਕਿਉਂਕਿ ਜਿਹੜੇ ਆਇਨਸ ਹੁੰਦੇ ਨਾ ਪੋਜ਼ਿਟਿਵਲੀ ਚਾਰਜ ਤੇ ਨੈਗੇਟਿਵਲੀ ਚਾਰਜ ਆਇਨਸ ਜਿਹੜੇ ਆ ਉਹ ਮੂਵ ਨਹੀਂ ਕਰ ਸਕਦੇ। ਡਿਪਲੀਸ਼ਨ ਲੇਅਰ ਦੇ ਅੰਦਰ ਜਦ ਫਿਜ਼ਿਕਸ ਤੁਸੀਂ ਪੜ੍ਹੀ ਹੋਣੀ ਹੈ, ਉਹਦੇ ਵਿੱਚ ਕੀ ਲਿਖਿਆ ਹੁੰਦਾ ਕਿ ਇੱਕ ਇਲੈਕਟ੍ਰੋਨ ਜਿਹੜਾ ਅਗਰ ਇੱਕ ਕੋਈ ਪਾਰਟੀਕਲ ਪੋਜ਼ਿਟਿਵਲੀ ਚਾਰਜ ਹੈਗਾ, ਨੈਗੇਟਿਵਲੀ ਚਾਰਜ ਪਾਰਟੀਕਲ, ਉਹਦੇ ਵਿੱਚ ਫੋਰਸ ਡਿਵੈਲਪ ਹੋ ਜਾਂਦੀ ਹੈ। ਸੋ ਡਿਪਲੀਸ਼ਨ ਲੇਅਰ ਦੇ ਅੰਦਰ ਕੀ ਹੈ, ਇੱਕ ਪੋਜ਼ਿਟਿਵਲੀ ਚਾਰਜ ਆਇਨ ਹੈਗਾ, ਇੱਕ ਨੈਗੇਟਿਵਲੀ ਚਾਰਜ ਆਇਨ ਹੈਗਾ। ਇਹਦੇ ਅੰਦਰ ਇੱਕ ਫੋਰਸ ਡਿਵੈਲਪ ਹੋ ਜਾਂਦੀ ਹੈ। ਉਸ ਫੋਰਸ ਜਿਹੜੀ ਹੈ ਨਾ ਉਹ ਫਿਰ ਹੋਰ ਇਲੈਕਟ੍ਰੋਨਸ ਤੇ ਹੋਲਸ ਦੀ ਮੂਵਮੈਂਟ ਨੂੰ ਰੋਕ ਦਿੰਦੀ ਹੈ। ਤਾਂ ਉਹਨੂੰ ਆਪਾਂ ਰੈਸਟ੍ਰਿਕਟਿੰਗ ਫੋਰਸ ਕਹਿੰਦੇ ਆ। ਉਹਨੂੰ ਆਪਾਂ ਕਹਿੰਦੇ ਆ ਇੱਕ ਪੋਟੈਂਸ਼ੀਅਲ ਬੈਰੀਅਰ ਕ੍ਰੀਏਟ ਹੋ ਗਿਆ। ਯਾਨੀ ਕਿ ਡਾਇਓਡ ਦੇ ਅੰਦਰ ਕਰੰਟ ਜਦ ਤੱਕ ਫਲੋ ਨਹੀਂ ਕਰੇਗਾ ਜਦ ਤੱਕ ਕਿ ਉਹ ਜਿਹੜੀ ਰੈਸਟ੍ਰੇਨਿੰਗ ਫੋਰਸ ਹੈ ਉਹ ਓਵਰਕਮ ਨਹੀਂ ਹੁੰਦੀ। ਉਹ ਵੋਲਟੇਜ ਕਿੰਨੀ ਹੁੰਦੀ ਹੈ, ਉਹ ਸਿਲੀਕॉन ਲਈ ਵੋਲਟੇਜ ਹੁੰਦੀ ਹੈ 0.7 ਤੇ ਜਰਮੇਨੀਅਮ ਲਈ ਵੋਲਟੇਜ ਹੁੰਦੀ ਹੈ 0.3। ਜਦ ਤੱਕ ਤੁਸੀਂ ਸਿਲੀਕॉन ਨੂੰ 0.7 ਵੋਲਟ ਨਹੀਂ ਦਿੰਦੇ, ਜਦ ਤੱਕ ਇਹਨੇ ਚਾਹੇ ਫਾਰਵਰਡ ਬਾਇਸ ਕਰ ਵੀ ਦਿੱਤਾ ਤਾਂ ਵੀ ਇਹਨੇ ਕਰੰਟ ਫਲੋ ਨਹੀਂ ਸਟਾਰਟ ਕਰਨਾ। ਸੋ ਫਾਰਵਰਡ ਬਾਇਸ ਹੋ ਗਿਆ, ਇਹ ਰਿਵਰਸ ਬਾਇਸ ਹੋ ਗਿਆ। ਫਾਰਵਰਡ